ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਸਭਨਾਂ ਦਾ ਸਵਾਗਤ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭਲੇ ਚੰਗੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਪ੍ਰਭੂ ਯਿਸੂ ਜੀ ਦੇ ਬੋਧ ਵਾਲੇ ਚਮਤਕਾਰਾਂ ਦੇ ਉੱਤੇ ਚਰਚਾ ਕਰ ਰਹੇ ਸੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਲੂਕਾ ਦੀ ਇੰਜੀਲ ਦੇ 8 ਅਧਿਆਇ ਦੀ 2 ਆਇਤ ਤੋਂ ਲੈ ਕੇ 3 ਆਇਤ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰਾਂਗੇ। ਇਸ ਅਧਿਐਨ ਦੇ ਵਿੱਚ ਅਸੀਂ ਮਰੀਅਮ ਮਗਦਲੀਨੀ ਦੀ ਕਹਾਣੀ ਨੂੰ ਵੇਖਾਂਗੇ। ਸਾਡੇ ਅੱਜ ਦੇ ਅਧਿਐਨ ਦਾ ਵਿਸ਼ਾ ਹੈ ਯਿਸੂ ਅਤੇ ਛੁਟਕਾਰੇ ਦੀ ਸ਼ਕਤੀ। ਇਸ ਦੀ ਰੂਪਰੇਖਾ ਇਸ ਪ੍ਰਕਾਰ ਹੋਵੇਗੀ। ਨੰਬਰ 1, ਯਿਸੂ ਤੋਂ ਮਿਲਣ ਤੋਂ ਪਹਿਲਾਂ ਮਰੀਅਮ ਦੀ ਹਾਲਤ। ਇਸ ਦੇ ਵਿੱਚ ਅਸੀਂ ਜਿਹੜੀਆਂ ਗੱਲਾਂ ਦੇ ਉੱਤੇ ਗੌਰ ਕਰਾਂਗੇ ਉਹ ਹਨ ਮਰੀਅਮ ਮਗਦਲੀਨੀ ਦੀ ਪਹਿਚਾਣ, ਮਰੀਅਮ ਮਗਦਲੀਨੀ ਦੀ ਜ਼ਿੰਮੇਵਾਰੀ, ਮਰੀਅਮ ਮਗਦਲੀਨੀ ਦੀ ਨਿਰਬਲਤਾ। ਨੰਬਰ 2, ਮਰੀਅਮ ਮਗਦਲੀਨੀ ਦੀ ਮੁਕਤੀ ਜਦੋਂ ਉਸ ਦੀ ਮੁਲਾਕਾਤ ਯਿਸੂ ਜੀ ਦੇ ਨਾਲ ਹੋਈ। ਨੰਬਰ 3, ਯਿਸੂ ਜੀ ਨੂੰ ਮਿਲਣ ਤੋਂ ਬਾਅਦ ਮਰੀਅਮ ਮਗਦਲੀਨੀ ਦੀ ਸੇਵਾ। ਨੰਬਰ 4, ਮਰੀਅਮ ਮਗਦਲੀਨੀ ਦੀ ਕੁਰਬਾਨੀ ਜਦੋਂ ਉਹਨੇ ਯਿਸੂ ਜੀ ਨੂੰ ਯਾਦ ਕੀਤਾ। ਇਸ ਦੇ ਵਿੱਚ ਅਸੀਂ ਜਾਣਾਂਗੇ ਉਹ ਯਿਸੂ ਜੀ ਨੂੰ ਸਲੀਬ ਦਿੱਤੇ ਜਾਣ ਸਮੇਂ ਉਹਨਾਂ ਦੇ ਨਾਲ ਸੀ। ਉਹ ਯਿਸੂ ਜੀ ਦੇ ਦਫਨਾਉਣ ਦੇ ਸਮੇਂ ਉਹਨਾਂ ਦੇ ਨਾਲ ਸੀ। ਉਹ ਯਿਸੂ ਜੀ ਦੇ ਜੀ ਉੱਠਣ ਦੇ ਸਮੇਂ ਉਹਨਾਂ ਦੇ ਨਾਲ ਸੀ। ਇਸ ਦੇ ਵਿੱਚ ਅਸੀਂ ਦੇਖਾਂਗੇ ਕਬਰ ਤੇ ਸਭ ਤੋਂ ਪਹਿਲਾਂ ਉਹ ਪਹੁੰਚੀ। ਸਭ ਤੋਂ ਪਹਿਲਾਂ ਖਾਲੀ ਕਬਰ ਉਹਨੇ ਹੀ ਵੇਖੀ। ਸਭ ਤੋਂ ਪਹਿਲਾਂ ਖਾਲੀ ਕਬਰ ਦੀ ਘੋਸ਼ਣਾ ਉਸਨੇ ਕੀਤੀ। ਸਭ ਤੋਂ ਪਹਿਲਾਂ ਜੀ ਉੱਠੇ ਪ੍ਰਭੂ ਯਿਸੂ ਜੀ ਨੂੰ ਉਸਨੇ ਹੀ ਵੇਖਿਆ। ਸਭ ਤੋਂ ਪਹਿਲਾਂ ਯਿਸੂ ਜੀ ਦੇ ਜੀ ਉੱਠਣ ਦਾ ਪ੍ਰਚਾਰ ਉਸਨੇ ਕੀਤਾ ਅਤੇ ਨਿਚੋੜ ਇਸ ਦੇ ਵਿੱਚ ਅਸੀਂ ਵੇਖਾਂਗੇ ਉਹ ਸਾਨੂੰ ਉਹ ਵਿਖਾਉਂਦੀ ਹੈ ਜੋ ਮਸੀਹ ਸਾਡੇ ਲਈ ਕਰ ਸਕਦਾ ਹੈ। ਉਹ ਸਾਨੂੰ ਉਹ ਵਿਖਾਉਂਦੀ ਹੈ ਜੋ ਅਸੀਂ ਮਸੀਹ ਦੇ ਲਈ ਕਰ ਸਕਦੇ ਹਾਂ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। एक नूर दे बंदे सारे इको पिता हमारा, एक नूर दे बंदे सारे इको पिता हमारा। एक नूर नाल पैदा कीता रब ने ये जग सारा, एक नूर नाल पैदा कीता रब ने ये जग सारा। एवें जातां पातां दे विच वंडे हां, कोई जाने ना जाने। एवें जातां पातां दे विच वंडे हां, कोई जाने ना जाने। असी यीशु मसीह दे विच रंगे हां, कोई जाने ना जाने। भावें चंगे ते भावें मंदे हां, कोई जाने ना जाने। भावें असी कमले रमले, भावें असी सदाई,
ਭਾਵੇਂ ਅਸੀਂ ਕਮਲੇ ਰਮਲੇ ਭਾਵੇਂ ਅਸੀਂ ਸ਼ਦਾਈ ਰੱਬ ਦਿਲਾਂ ਦੀਆਂ ਜਾਣੇ ਮਿਲਦੀ ਸੱਚੇ ਨੂੰ ਵਡਿਆਈ ਰੱਬ ਦਿਲਾਂ ਦੀਆਂ ਜਾਣੇ ਮਿਲਦੀ ਸੱਚੇ ਨੂੰ ਵਡਿਆਈ ਰਾਜੀ ਕਰਦਾ ਉਹ ਕੋੜੀ ਤੇ ਲੰਘਿਆ ਕੋਈ ਜਾਣੇ ਨਾ ਜਾਣੇ ਰਾਜੀ ਕਰਦਾ ਉਹ ਕੋੜੀ ਤੇ ਲੰਘਿਆ ਕੋਈ ਜਾਣੇ ਨਾ ਅੱਜ ਦੇ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਯਿਸੂ ਅਤੇ ਛੁਟਕਾਰੇ ਦੀ ਸ਼ਕਤੀ, ਮਰੀਅਮ ਮਗਦਲੀਨੀ ਦੀ ਕਹਾਣੀ। ਲੂਕਾ 8 ਦੇ 2 ਵਚਨ ਤੋਂ ਲੈ ਕੇ 3 ਵਚਨ ਤੱਕ ਚੁਣੇ ਹੋਏ। ਨੰਬਰ 1, ਯਿਸੂ ਨੂੰ ਮਿਲਣ ਤੋਂ ਪਹਿਲਾਂ ਮਰੀਅਮ ਦੀ ਹਾਲਤ। ਭਾਗ ਊੜਾ, ਮਰੀਅਮ ਦੀ ਪਹਿਚਾਣ। ਭਾਗ ਐੜਾ, ਮਰੀਅਮ ਦੀ ਜਨਾਹਕਾਰੀ। ਭਾਗ ਈੜੀ, ਮਰੀਅਮ ਦੀ ਨਿਰਬਲਤਾ। ਭਾਗ 2, ਮਰੀਅਮ ਦੀ ਮੁਕਤੀ ਜਦੋਂ ਉਸ ਦੀ ਮੁਲਾਕਾਤ ਯਿਸੂ ਨਾਲ ਹੋਈ। ਨੰਬਰ 3, ਯਿਸੂ ਨੂੰ ਮਿਲਣ ਤੋਂ ਬਾਅਦ ਮਰੀਅਮ ਦੀ ਸੇਵਾ। ਨੰਬਰ 4, ਮਰੀਅਮ ਦੀ ਕੁਰਬਾਨੀ ਜਦੋਂ ਉਸ ਨੇ ਯਿਸੂ ਨੂੰ ਯਾਦ ਕੀਤਾ। ਭਾਗ ਊੜਾ, ਉਹ ਯਿਸੂ ਨੂੰ ਸਲੀਬ ਦਿੱਤੇ ਜਾਣ ਸਮੇਂ ਉਸ ਦੇ ਨਾਲ ਸੀ। ਭਾਗ ਐੜਾ, ਉਹ ਯਿਸੂ ਦੇ ਦਫਨਾਉਣ ਸਮੇਂ ਉਸ ਦੇ ਨਾਲ ਸੀ। ਭਾਗ ਈੜੀ, ਉਹ ਯਿਸੂ ਦੇ ਜੀ ਉੱਠਣ ਦੇ ਸਮੇਂ ਉਸ ਦੇ ਨਾਲ ਸੀ। ਨੰਬਰ 1, ਕਬਰ ਤੇ ਸਭ ਤੋਂ ਪਹਿਲਾਂ ਉਹ ਪਹੁੰਚੀ। ਨੰਬਰ 2, ਸਭ ਤੋਂ ਪਹਿਲਾਂ ਖਾਲੀ ਕਬਰ ਉਸ ਨੇ ਵੇਖੀ। ਨੰਬਰ 3, ਸਭ ਤੋਂ ਪਹਿਲਾਂ ਖਾਲੀ ਕਬਰ ਦਾ ਐਲਾਨ ਉਸ ਨੇ ਕੀਤਾ। ਨੰਬਰ 4, ਸਭ ਤੋਂ ਪਹਿਲਾਂ ਜੀ ਉੱਠੇ ਪ੍ਰਭੂ ਨੂੰ ਉਸ ਨੇ ਵੇਖਿਆ। ਨੰਬਰ 5, ਸਭ ਤੋਂ ਪਹਿਲਾਂ ਜੀ ਉੱਠਣ ਦਾ ਪ੍ਰਚਾਰ ਉਸ ਨੇ ਕੀਤਾ। ਨਿਚੋੜ। ਭਾਗ ਊੜਾ, ਉਹ ਸਾਨੂੰ ਉਹ ਵਿਖਾਉਂਦੀ ਸੀ ਜੋ ਮਸੀਹ ਸਾਡੇ ਲਈ ਕਰ ਸਕਦਾ। ਭਾਗ ਐੜਾ, ਉਹ ਸਾਨੂੰ ਉਹ ਵਿਖਾਉਂਦੀ ਜੋ ਅਸੀਂ ਮਸੀਹ ਲਈ ਕਰ ਸਕਦੇ ਹਾਂ। ਇਹ 1955 ਦੀ ਗੱਲ ਹੈ ਅਤੇ ਜਰਮਨੀ ਨੈਟੋ ਦਾ ਮੈਂਬਰ ਬਣਿਆ ਸੀ। ਮੈਕਡੋਨਲਡ ਦਾ ਸਭ ਤੋਂ ਪਹਿਲਾਂ ਰੈਸਟੋਰੈਂਟ ਖੁੱਲ੍ਹਾ ਸੀ। ਬਰੋਕਲਿਨ ਡੌਜਰਸ ਨੂੰ ਨਿਊਯਾਰਕ ਜੈਕਿਜ਼ ਨੂੰ ਆਖਿਰਕਾਰ ਵਰਲਡ ਸੀਰੀਜ਼ ਵਿੱਚ ਹਰਾ ਦਿੱਤਾ ਸੀ। ਬਿਲ ਹੈਲੀ ਅਤੇ ਕੋਮੈਂਟ ਰੌਕ ਅਰਾਊਂਡ ਦਾ ਕਲੌਕ ਨਾਲ ਹਿੱਟ ਪਰੇਡ ਵਿੱਚ ਨੰਬਰ 1 ਸਨ। $64,000 ਕੈਪਸੰਚਨ ਸਭ ਤੋਂ ਮਸ਼ਹੂਰ ਟੀਵੀ ਪ੍ਰੋਗਰਾਮ ਸੀ। NBC ਨੇ ਪੀਟਰ ਪੈਨ ਦੀ ਪ੍ਰੋਡਕਸ਼ਨ ਕਰਨ ਪਹਿਲੀ ਵਾਰ ਐਮੀ ਖਿਤਾਬ ਜਿੱਤਿਆ। ਇੱਕ ਕਿਤਾਬ ਪ੍ਰਕਾਸ਼ਿਤ ਹੋਈ ਜਿਸ ਨੂੰ ਦਾ ਗੌਸਪਲ ਆਫ ਮੈਰੀ ਮੈਗਡਲਿਨ ਕਿਹਾ ਜਾਂਦਾ ਸੀ, ਜੋ ਕਿ 1898 ਵਿੱਚ ਕੈਰੋ, ਮਿਸਰ ਵਿੱਚ ਕੀਤੀ ਗਈ ਇੱਕ ਅਗਿਆਤ ਖੋਜ ਤੇ ਆਧਾਰਿਤ ਸੀ। ਇਹ ਕੋਈ ਪਹਿਲੀ ਵਾਰ ਨਹੀਂ ਸੀ ਕਿ ਮਰੀਅਮ ਮਗਦਲੀਨੀ ਸੁਰੱਖਿਆ ਵਿੱਚ ਸੀ। ਮੈਨੂੰ 70 ਵਿੱਚ ਹੋਇਆ ਰੌਲਾ ਰੱਪਾ ਯਾਦ ਹੈ, ਜੋ ਇਸ ਕਾਰਨ ਪੈਦਾ ਹੋਇਆ ਸੀ ਕਿਉਂਕਿ ਮਰੀਅਮ ਮਗਦਲੀਨੀ ਨੂੰ ਜੀਸਸ ਕ੍ਰਾਈਸਟ ਸੁਪਰਸਟਾਰ ਨਾਟਕ ਵਿੱਚ ਮੰਚ ਤੇ ਇੱਕ ਬੇਸਵਾ ਵਜੋਂ ਪੇਸ਼ ਕੀਤਾ ਗਿਆ ਸੀ। ਆਪਣੀ ਕਿਤਾਬ ਦਾ ਡਾਕਟਰ ਵਿਜੀ ਕੋਡ ਵਿੱਚ ਡੈਨ ਬਰਾਉਨ ਨੇ ਮਰੀਅਮ ਮਗਦਲੀਨੀ ਨੂੰ ਯਿਸੂ ਦੀ ਪਤਨੀ ਅਤੇ ਉਸ ਦੇ ਬੱਚੇ ਦੀ ਮਾਂ ਵਜੋਂ ਪੇਸ਼ ਕੀਤਾ ਹੈ। ਸੋ ਮਰੀਅਮ ਮਗਦਲੀਨੀ ਕੌਣ ਹੈ ਅਤੇ ਸਾਨੂੰ ਉਸ ਦੀ ਪਰਵਾਹ ਕਿਉਂ ਹੋਣੀ ਚਾਹੀਦੀ ਹੈ? ਨੰਬਰ 1, ਯਿਸੂ ਨੂੰ ਮਿਲਣ ਤੋਂ ਪਹਿਲਾਂ ਮਰੀਅਮ ਦੀ ਹਾਲਤ। ਲੂਕਾ 8 ਦੇ 2 ਵਚਨ ਤੇ 3 ਵਚਨ। ਖੈਰ, ਸਾਨੂੰ ਸਭ ਤੋਂ ਪਹਿਲਾਂ ਉਸ ਦੇ ਬਾਰੇ ਲੂਕਾ 8 ਅਧਿਆਇ ਵਿੱਚ ਪਤਾ ਲੱਗਦਾ ਹੈ, ਜਿੱਥੇ ਸਾਨੂੰ ਯਿਸੂ ਨਾਲ ਉਸ ਦੀ ਮੁਲਾਕਾਤ ਹੋਣ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਬਾਰੇ ਵੀ ਪਤਾ ਲੱਗਦਾ ਹੈ। ਲੂਕਾ 8 ਅਧਿਆਇ ਉਸ ਦੀ 1 ਤੋਂ 3 ਐਤ ਵਿੱਚ ਲਿਖਿਆ ਹੈ। ਇਹਦੇ ਥੋੜੇ ਚਿਰ ਪਿੱਛੋਂ ਐਂ ਹੋਇਆ ਕਿ ਉਹ ਨਗਰੋ ਨਗਰ ਅਤੇ ਪਿੰਡੋ ਪਿੰਡ ਫਿਰਦਾ ਹੋਇਆ ਪ੍ਰਚਾਰ ਕਰਦਾ ਤੇ ਪਰਮੇਸ਼ਰ ਦੇ ਰਾਹ ਦੀ ਖੁਸ਼ਖਬਰੀ ਸੁਣਾਉਂਦਾ ਸੀ ਅਤੇ ਉਹ 12 ਉਸ ਦੇ ਨਾਲ ਸਨ, ਔਰ ਕਈ ਤੀਵੀਆਂ ਵੀ ਜਿਹੜੀਆਂ ਬਦਰੂਆਂ ਅਤੇ ਰੋਗਾਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ, ਅਰਥਾਤ ਮਰੀਅਮ ਜੋ ਮਗਦਲੀਨੀ ਕਹਾਉਂਦੀ ਸੀ, ਜਿਹਦੇ ਵਿੱਚੋਂ 7 ਭੂਤ ਨਿਕਲੇ ਸਨ, ਅਤੇ ਹੈਰੋਦੇਸ ਦੇ ਦੀਵਾਨ ਖਜੂਨ ਨਾਮੇ ਦੀ ਤੀਵੀਂ ਜੋਨਾ ਔਰ ਸੂਸਨਾ ਅਤੇ ਹੋਰ ਬਥੇਰੀਆਂ ਜੋ ਆਪਣੇ ਮਾਲ ਨਾਲ ਉਹਨਾਂ ਦੀ ਟਹਿਲ ਸੇਵਾ ਕਰਦੀਆਂ ਸਨ। ਭਾਗ ਊੜਾ, ਮਰੀਅਮ ਦੀ ਪਹਿਚਾਣ। ਨਵੇਂ ਨੇਮ ਵਿੱਚ ਮਰੀਅਮ ਦੀ ਪਹਿਚਾਣ ਅਹਿਮ ਹੈ ਕਿਉਂਕਿ ਮਰੀਅਮ ਇੱਕ ਬਹੁਤ ਹੀ ਮਸ਼ਹੂਰ ਨਾਮ ਸੀ। ਬਹੁਤ ਸਾਰੀਆਂ ਮਰੀਅਮਾਂ ਸਨ। ਜੇ ਤੁਸੀਂ ਉਹਨਾਂ ਸਾਰਿਆਂ ਨੂੰ ਆਪਸ ਵਿੱਚ ਮਿਲਾ ਦੋਗੇ ਤਾਂ ਤੁਹਾਡੇ ਕੋਲ ਇੱਕ ਤੋੜਿਆ ਮਰੋੜਿਆ ਧਰਮ ਸ਼ਾਸਤਰ ਹੋਵੇਗਾ। ਸਭ ਤੋਂ ਪਹਿਲਾਂ ਇੱਕ ਮਰੀਅਮ ਉਹ ਸੀ ਜੋ ਯਿਸੂ ਦੀ ਮਾਂ ਸੀ, ਜਿਹੜੀ ਸਾਨੂੰ ਮੱਤੀ ਦੀ ਅੰਜੀਲ ਦੇ ਪਹਿਲੇ ਅਧਿਆਇ ਵਿੱਚ ਮਿਲਦੀ ਹੈ। ਅਤੇ ਫਿਰ ਯਹੂਨਾ ਮਰਕਸ ਦੀ ਮਾਂ ਮਰੀਅਮ ਹੈ, ਜਿਸ ਨੂੰ ਅਸੀਂ ਰਸੂਲਾਂ ਦੇ ਕੰਮ ਉਸ ਦੇ 12ਵੇਂ ਅਧਿਆਇ ਵਿੱਚ ਮਿਲਦੇ ਹਾਂ। ਅਤੇ ਬਤੈਨੀਆ ਦੀ ਮਰੀਅਮ, ਜਿਸ ਨੂੰ ਅਸੀਂ ਲਾਜ਼ਰ ਦੀ ਕਹਾਣੀ ਵਿੱਚ
ਮਿਲੇ ਸਾਂ। ਉਹ ਲਾਜ਼ਰ ਦੀ ਭੈਣ ਸੀ। ਵੇਖੋ ਯੂਹੰਨਾ 11 ਅਧਿਆਇ। ਅਤੇ ਯਕੂਬ ਅਤੇ ਜੋਸੇਸ ਦੀ ਮਾਤਾ ਮਰੀਅਮ, ਮਤੀ 27 ਅਧਿਆਇ 61 ਵਚਨ। ਅੰਜੀਲਾਂ ਵਿੱਚ ਮਰੀਅਮ ਮਗਦਲੀਨੀ ਦਾ ਜ਼ਿਕਰ 14 ਵਾਰ ਆਉਂਦਾ ਹੈ, ਅਤੇ ਫਿਰ ਵੀ ਇਹਨਾਂ ਐਤਾਂ ਤੋਂ ਇਲਾਵਾ ਜੋ ਅਸੀਂ ਪੜ੍ਹੀਆਂ ਹਨ, ਸਾਨੂੰ ਹੋਰ ਕੋਈ ਜਾਣਕਾਰੀ ਨਹੀਂ ਮਿਲਦੀ ਹੈ। ਮੈਨੂੰ ਇਹ ਪਸੰਦ ਹੈ ਕਿਉਂਕਿ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਕਿ ਮੈਂ ਕੋਈ ਜਸੂਸ ਹੋਵਾਂ, ਅਤੇ ਮੈਂ ਉਸ ਸ਼ਖਸ ਬਾਰੇ ਜਾਣਨ ਲਈ ਹਰ ਇੱਕ ਸਬੂਤ ਲੱਭ ਰਿਹਾ ਹਾਂ। ਉਸ ਨੂੰ ਦੂਜੀਆਂ ਮਰੀਅਮਾਂ ਤੋਂ ਵੱਖ ਕਰਨ ਲਈ ਮੁੱਢਲੇ ਤੌਰ ਤੇ ਮਰੀਅਮ ਮਗਦਲੀਨੀ ਕਿਹਾ ਗਿਆ ਹੈ। ਉਹ ਗਲੀਲ ਦੀ ਝੀਲ ਦੇ ਬਣੇ ਸ਼ਹਿਰ ਮਗਦਲਾ ਦੀ ਰਹਿਣ ਵਾਲੀ ਸੀ, ਅਤੇ ਇਸ ਲਈ ਉਸ ਦਾ ਨਾਂ ਮਗਦਲੀਨੀ ਸੀ। ਭਾਗ ਐੜਾ। ਮਰੀਅਮ ਦੀ ਮਸੂਮੀਅਤ। ਸਭ ਤੋਂ ਪਹਿਲਾਂ ਉਹਦੀ ਮਸੂਮੀਅਤ ਨੂੰ ਪ੍ਰਦਰਸ਼ਿਤ ਕਰਨ ਦੀ ਲੋੜ ਹੈ, ਕਿਉਂਕਿ ਇਹ ਵੱਡੀ ਬਹਿਸ ਦਾ ਵਿਸ਼ਾ ਹੈ। ਮਰੀਅਮ ਮਗਦਲੀਨੀ ਸ਼ਾਇਦ ਬਾਈਬਲ ਵਿੱਚ ਔਰਤਾਂ ਵਿੱਚੋਂ ਸਭ ਤੋਂ ਬਦਨਾਮ ਸੀ। ਹਾਂ, ਉਹ ਮਗਦਲਾ ਸ਼ਹਿਰ ਦੀ ਰਹਿਣ ਵਾਲੀ ਸੀ। ਮਗਦਲਾ ਇੱਕ ਅਜਿਹਾ ਸ਼ਹਿਰ ਸੀ ਜੋ ਇਸ ਦੀ ਬਦਨਾਮੀ ਅਤੇ ਬੇਸਵਾਪੁਣੇ ਲਈ ਮਸ਼ਹੂਰ ਸੀ। ਮਗਦਲਾ ਨਾਲ ਉਸ ਦੇ ਸੰਬੰਧ ਕਾਰਨ, ਅਤੇ ਕਿਉਂਕਿ ਲੂਕਾ ਦੁਆਰਾ ਉਸ ਦਾ ਜ਼ਿਕਰ ਉਸ ਜਿਨਾਹਕਾਰ ਔਰਤ ਦੀ ਕਹਾਣੀ ਤੋਂ ਤੁਰੰਤ ਬਾਅਦ ਕੀਤਾ ਗਿਆ ਹੈ, ਜਿਹੜੀ ਯਿਸੂ ਨੂੰ ਮਿਲਣ ਲਈ ਆਈ। ਇਤਿਹਾਸ ਵਿੱਚ ਮਰੀਅਮ ਮਗਦਲੀਨੀ ਨੂੰ ਬਦਨਾਮ ਔਰਤ ਕਲੰਕਤ ਕੀਤਾ ਗਿਆ ਹੈ। ਹੁਣ ਇੱਕ ਪਲ ਲਈ ਰੁਕੋ ਅਤੇ ਮੈਂ ਤੁਹਾਨੂੰ ਇਸ ਵਿੱਚੋਂ ਲੈ ਕੇ ਜਾਵਾਂਗਾ। ਲੂਕਾ ਦੀ ਅੰਜੀਲ ਦੇ 7 ਅਧਿਆਇ ਵਿੱਚ ਲੂਕਾ ਉਸ ਔਰਤ ਦੀ ਕਹਾਣੀ ਦੱਸਦਾ ਹੈ ਜਿਹੜੀ ਯਿਸੂ ਨੂੰ ਮਿਲਣ ਆਈ। ਖੈਰ, ਆਓ ਅਸੀਂ ਇਸ ਨੂੰ ਪੜ੍ਹਦੇ ਹਾਂ। ਫਰੀਸੀਆਂ ਵਿੱਚੋਂ ਇੱਕ ਨੇ ਉਹਦੇ ਅੱਗੇ ਅਰਜ਼ ਕੀਤੀ, ਜੋ ਮੇਰੇ ਨਾਲ ਰੋਟੀ ਖਾ। ਤਾਂ ਉਹ ਫਰੀਸੀਆਂ ਦੇ ਘਰ ਜਾ ਕੇ ਖਾਣ ਬੈਠਾ, ਅਤੇ ਵੇਖੋ ਉਸ ਨਗਰ ਵਿੱਚ ਇੱਕ ਤੀਵੀਂ ਹੈ ਜਿਹੜੀ ਪਾਪਣ ਸੀ, ਅਤੇ ਉਹ ਇਹ ਜਾਣ ਕੇ ਭਾਈ ਉਹ ਫਰੀਸੀ ਦੇ ਘਰ ਖਾਣ ਬੈਠਾ ਹੈ, ਇੱਕ ਸ਼ੀਸ਼ੀ ਵਿੱਚ ਅਤਰ ਲਿਆਈ, ਔਰ ਪਿਛਲੀ ਵੱਲ ਉਹਦੇ ਚਰਨਾਂ ਦੇ ਕੋਲ ਖਲੋ ਕੇ ਰੋਂਦੀ ਰੋਂਦੀ ਹੰਝੂਆਂ ਨਾਲ ਉਹਦੇ ਚਰਨ ਭਿਉਣ ਲੱਗੀ, ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝ ਕੇ ਉਹਦੇ ਚਰਨ ਚੁੰਮੇ ਅਤੇ ਅਤਰ ਮਲਿਆ। ਔਰ ਇਹ ਵੇਖ ਕੇ ਉਹ ਫਰੀਸੀ ਜਿਹਨੇ ਉਹਨੂੰ ਨਿਉਤਾ ਦਿੱਤਾ ਸੀ, ਆਪਣੇ ਜੀ ਵਿੱਚ ਕਹਿਣ ਲੱਗਾ, ਭਾਈ ਇਹ ਮਨੁੱਖ ਜੇ ਨਬੀ ਹੁੰਦਾ ਤੇ ਜਾਣ ਲੈਂਦਾ ਕਿ ਇਹ ਤੀਵੀਂ ਜੋ ਉਹਨੂੰ ਛੂੰਹਦੀ ਹੈ ਇਹ ਕੌਣ ਹੈ, ਅਤੇ ਕਿਹੋ ਜਿਹੀ ਹੈ, ਕਿਉਂ ਜੋ ਉਹ ਪਾਪਣ ਹੈ। ਲੂਕਾ 7 ਦੇ 36 ਵਚਨ ਤੋਂ ਲੈ ਕੇ 39 ਵਚਨਾਂ ਤੱਕ। ਇਸ ਪਹਿਰੇ ਵਿੱਚ ਇਸ ਔਰਤ ਦਾ ਕਿਤੇ ਵੀ ਨਾਮ ਨਹੀਂ ਦਿੱਤਾ ਗਿਆ, ਅਤੇ ਇਹ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਹੈ ਕਿ ਇਸ ਪਹਿਰੇ ਵਿੱਚ ਉਹੀ ਔਰਤ ਹੈ ਜਿਹੜੀ ਸਾਨੂੰ ਲੂਕਾ 8 ਅਧਿਆਇ ਵਿੱਚ ਮਿਲਦੀ ਹੈ। ਪਰ ਬਹੁਤ ਸਾਰੇ ਲੋਕਾਂ ਨੇ ਇਹਨਾਂ ਦੋਵਾਂ ਕਹਾਣੀਆਂ ਨੂੰ ਇਕੱਠਾ ਕਰ ਦਿੱਤਾ ਹੈ, ਅਤੇ ਕਿਉਂਕਿ ਲੂਕਾ ਉਸ ਔਰਤ ਦੀ ਕਹਾਣੀ ਲਾ ਕੇ ਜ਼ਿਕਰ ਕਰਦਾ ਹੈ ਜਿਹੜੀ ਪਾਪਣ ਸੀ, ਅਤੇ ਜਿਸ ਨੇ ਆਪਣੇ ਹੰਝੂਆਂ ਨਾਲ ਯਿਸੂ ਦੇ ਪੈਰ ਧੋਤੇ। ਬਹੁਤ ਸਾਰੇ ਲੋਕ ਕਲਪਨਾ ਕਰਦੇ ਹਨ ਕਿ ਮਰੀਅਮ ਮਗਦਲੀਨੀ ਹੀ ਉਹ ਔਰਤ ਸੀ। ਹਾਲ ਦੀਆਂ ਫਿਲਮਾਂ ਅਤੇ ਪੇਸ਼ਕਾਰੀਆਂ ਵਿੱਚ ਮਰੀਅਮ ਮਗਦਲੀਨੀ ਨੂੰ ਇੱਕ ਜਨਾਹਕਾਰ ਔਰਤ ਵਜੋਂ ਪੇਸ਼ ਕੀਤਾ ਗਿਆ ਹੈ। ਮਰੀਅਮ ਮਗਦਲੀਨੀ ਦੀ ਇਹ ਤਸਵੀਰ ਮਸੀਹੀ ਜਗਤ ਵਿੱਚ ਇੰਨੀ ਆਮ ਹੈ ਕਿ ਕੁਝ ਥਾਵਾਂ ਤੇ ਮਗਦਲੀਨੀ ਸ਼ਬਦ ਪਾਪ ਵਿੱਚ ਡਿੱਗੀ ਹੋਈ ਇੱਕ ਔਰਤ ਨੂੰ ਦਰਸਾਉਂਦਾ ਹੈ। ਪੂਰੀ ਦੁਨੀਆ ਵਿੱਚ ਮਰੀਅਮ ਮਗਦਲੀਨੀ ਦੇ ਘਰ ਹਨ, ਜੋ ਕਿ ਸਮਾਜਿਕ ਬੁਰਾਈ ਦਾ ਸ਼ਿਕਾਰ ਹੋਏ ਲੋਕਾਂ ਲਈ ਅਨਾਥ ਆਸ਼ਰਮ ਹਨ। ਪਰ ਦੋਸਤੋ, ਇਹਨਾਂ ਦੋਵਾਂ ਔਰਤਾਂ ਨੂੰ, ਜਿਨ੍ਹਾਂ ਦੀ ਕਹਾਣੀ ਲੂਕਾ ਦੀ ਅੰਜੀਲ ਵਿੱਚ ਇਕੱਠੀ ਦਿੱਤੀ ਗਈ ਹੈ, ਬਰਾਬਰ ਸਮਝਣ ਦਾ ਕੋਈ ਕਾਰਨ ਨਹੀਂ ਹੈ। ਇਹਨਾਂ ਦੋਵਾਂ ਨੂੰ ਇੱਕ ਦੂਜੀ ਤੋਂ ਵੱਖਰੀ ਸਮਝਣ ਦਾ ਇੱਕ ਬਹੁਤ ਹੀ ਸਪਸ਼ਟ ਕਾਰਨ ਇਹ ਸੱਚ ਹੈ ਕਿ ਇੱਕ ਔਰਤ ਜਿਸ ਨੂੰ 7 ਭੂਤ ਚੁੰਬੜੇ ਸਨ, ਦੁਨੀਆ ਦੇ ਸਭ ਤੋਂ ਪੁਰਾਣੇ ਵਪਾਰ ਵਿੱਚ ਕਿਸੇ ਵੀ ਕੰਮ ਦੀ ਨਹੀਂ ਸੀ। ਭਾਗ ਈੜੀ। ਮਰੀਅਮ ਦੀ ਨਿਰਬਲਤਾ। ਬਾਈਬਲ ਮਰੀਅਮ ਮਗਦਲੀਨੀ ਨੂੰ ਯਿਸੂ ਨੂੰ ਮਿਲਣ ਤੋਂ ਪਹਿਲਾਂ ਇੱਕ ਪਵਿੱਤਰ ਅਤੇ ਦੁਖੀ ਔਰਤ ਵਜੋਂ ਪੇਸ਼ ਕਰਦੀ ਹੈ। ਇਹ ਸੁਝਾਅ ਦੇਣਾ ਕਿ ਉਹ ਜਨਾਹਕਾਰ ਸੀ ਕਿਉਂਕਿ ਉਸ ਨੂੰ 7 ਭੂਤ ਚੁੰਬੜੇ ਹੋਏ ਸਨ, ਇਹ ਸੁਝਾਅ ਦੇਣਾ ਹੈ ਕਿ ਹਰੇਕ ਸ਼ਖਸ ਜਿਸ ਨੂੰ ਮਾਨਸਿਕ ਬਿਮਾਰੀ ਹੈ, ਦੁਸ਼ਟ ਚਰਿੱਤਰ ਵਾਲਾ ਹੈ, ਅਤੇ ਬੇਸ਼ੱਕ ਇਹ ਸੱਚ ਨਹੀਂ ਹੈ। ਮਰੀਅਮ ਦੀ ਪਹਿਚਾਣ ਅਤੇ ਉਸ ਦੀ ਮਸੂਮੀਅਤ ਹੁਣ ਸਾਤੋਂ ਮੰਗ ਕਰਦੀ ਹੈ ਕਿ ਅਸੀਂ ਉਸ ਦੀ ਨਿਰਬਲਤਾ ਬਾਰੇ ਗੱਲ ਕਰੀਏ। ਯਾਦ ਕਰੋ, ਲੂਕਾ ਨੇ ਕਿਹਾ ਸੀ, ਅਰਥਾਤ ਮਰੀਅਮ ਜੋ ਮਗਦਲੀਨੀ ਕਹਾਉਂਦੀ ਸੀ, ਜਿਹਦੇ ਵਿੱਚੋਂ 7 ਭੂਤ ਨਿਕਲੇ ਸਨ। ਲੂਕਾ 8 ਅਧਿਆਇ 2 ਵਚਨ ਤੇ 3 ਵਚਨ। ਲੂਕਾ ਨੇ ਆਪਣੀ ਅੰਜੀਲ ਵਿੱਚ 3 ਔਰਤਾਂ ਦਾ ਜ਼ਿਕਰ ਕੀਤਾ ਹੈ। ਮਰੀਅਮ ਤੋਂ ਇਲਾਵਾ ਜਿਓਨਾ ਅਤੇ ਸੁਸੰਨਾ ਹੈ, ਅਤੇ ਇਹਨਾਂ 3 ਔਰਤਾਂ ਵਿੱਚੋਂ 2 ਗੱਲਾਂ ਆਮ ਪਾਈਆਂ ਜਾਂਦੀਆਂ ਹਨ। ਸਭ ਤੋਂ ਪਹਿਲੀ ਗੱਲ, ਸਾਫ਼ ਤੌਰ ਤੇ ਇਹ ਔਰਤਾਂ ਧਨੀ ਅਤੇ ਮਾਲਦਾਰ ਸਨ,
ਅਤੇ ਦੂਜੀ ਗੱਲ, ਯਿਸੂ ਨੇ ਖਾਸ ਢੰਗ ਨਾਲ ਉਹਨਾਂ ਨੂੰ ਛੂਹਿਆ ਸੀ ਅਤੇ ਉਹਨਾਂ ਦੇ ਸਰੀਰਾਂ ਨੂੰ ਚੰਗਾ ਕੀਤਾ ਸੀ। ਅਸੀਂ ਜਾਣਦੇ ਹਾਂ ਮਰੀਅਮ ਮਗਦਲੀਨੀ ਨੂੰ ਕੀ ਹੋਇਆ ਸੀ, ਪਰ ਬਾਕੀ ਦੋ ਔਰਤਾਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ। ਅਸਲ ਵਿੱਚ ਬਾਈਬਲ ਜੋ ਮਰੀਅਮ ਮਗਦਲੀਨੀ ਬਾਰੇ ਕਹਿੰਦੀ ਹੈ ਉਹ ਇਹ ਹੈ ਕਿ ਉਸ ਔਰਤ ਨੂੰ ਭੂਤ ਚੁੰਬੜੇ ਹੋਏ ਸਨ, ਪਰ ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਇਸ ਬੁਰੀ ਹਾਲਤ ਤੋਂ ਆਜ਼ਾਦ ਕੀਤਾ ਸੀ। ਉਸ ਨੂੰ ਭੂਤ ਚੁੰਬੜੇ ਹੋਏ ਸਨ, ਸਿਰਫ ਇੱਕ ਨਹੀਂ ਪਰ 7। ਤੁਸੀਂ ਹੈਰਾਨ ਹੋਵੋਗੇ ਇਸ ਦਾ ਕੀ ਮਤਲਬ ਹੈ। ਇੱਕ ਵਿਅਕਤੀ ਨੂੰ ਕੀ ਹੁੰਦਾ ਹੈ ਜਦੋਂ ਉਸ ਨੂੰ ਭੂਤ ਚੁੰਬੜੇ ਹੁੰਦੇ ਹਨ? ਸਾਨੂੰ ਬਾਈਬਲ ਵਿੱਚੋਂ ਇਸ ਦੀ ਥੋੜੀ ਜਿਹੀ ਸਮਝ ਲੱਗੇਗੀ ਜਦੋਂ ਅਸੀਂ ਮਰਕਸ ਦੀ ਅੰਜੀਲ ਵਿੱਚ ਉਸ ਦੀ ਕਹਾਣੀ ਨੂੰ ਵੇਖਾਂਗੇ, ਜਿਸ ਨੂੰ ਗਰਸੇਨੀ ਭੂਤਾਂ ਵਾਲੇ ਦੀ ਕਹਾਣੀ ਕਿਹਾ ਜਾਂਦਾ ਹੈ। ਗਰਸੇਨੀ ਇੱਕ ਪਿੰਡ ਸੀ ਜੋ ਗਲੀਲ ਦੇ ਦੂਜੇ ਪਾਸੇ ਸੀ, ਮਗਦਲਾ ਤੋਂ ਪਾਰ। ਅਤੇ ਅਸੀਂ ਮਰਕਸ 5 ਅਧਿਆਇ ਵਿੱਚ ਇੱਕ ਮਨੁੱਖ ਬਾਰੇ ਪੜ੍ਹਦੇ ਹਾਂ ਜਿਸ ਨੂੰ ਭੂਤ ਚੁੰਬੜੇ ਹੋਏ ਸਨ। ਇੱਥੋਂ ਤੁਹਾਨੂੰ ਥੋੜੀ ਜਿਹੀ ਸਮਝ ਲੱਗੇਗੀ ਕਿ ਉਸ ਦੀ ਹਾਲਤ ਕਿਸ ਤਰ੍ਹਾਂ ਦੀ ਸੀ। ਜੇ ਉਹ ਬੇੜੀ ਉੱਤੋਂ ਉਤਰਿਆ ਤਾਂ ਉਵੇਂ ਇੱਕ ਮਨੁੱਖ ਜਿਹਦੇ ਵਿੱਚ ਭ੍ਰਸ਼ਟ ਆਤਮਾ ਸੀ ਕਬਰਾਂ ਵਿੱਚੋਂ ਨਿਕਲ ਕੇ ਉਹਨੂੰ ਆ ਮਿਲਿਆ। ਉਹ ਕਬਰਾਂ ਵਿੱਚ ਰਹਿੰਦਾ ਸੀ ਅਤੇ ਹੁਣ ਕੋਈ ਉਹਨੂੰ ਸੰਗਲਾਂ ਨਾਲ ਵੀ ਜਕੜ ਨਹੀਂ ਸੀ ਸਕਦਾ। ਉਹ ਤੇ ਕਈ ਵਾਰ ਬੇੜੀਆਂ ਤੇ ਸੰਗਲਾਂ ਨਾਲ ਜਕੜਿਆ ਗਿਆ, ਪਰ ਉਹਨੇ ਸੰਗਲ ਤੋੜ ਸੁੱਟੇ ਸਨ। ਬੇੜੀਆਂ ਦੇ ਟੋਟੇ ਟੋਟੇ ਕਰ ਦਿੱਤੇ ਸਨ ਅਤੇ ਕੋਈ ਉਹਨੂੰ ਕਾਬੂ ਨਹੀਂ ਸੀ ਕਰ ਸਕਦਾ। ਉਹ ਰਾਤ ਦਿਨ ਨਿਤ ਕਬਰਾਂ ਅਤੇ ਪਹਾੜਾਂ ਵਿੱਚ ਚੀਕਾਂ ਮਾਰਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਵੱਢਦਾ ਹੁੰਦਾ ਸੀ। ਮਰਕਸ 5 ਦੇ 2 ਵਚਨ ਤੋਂ ਲੈ ਕੇ 5 ਵਚਨ ਤੱਕ। ਇਹ ਉਸ ਮਨੁੱਖ ਦੀ ਇੱਕ ਸਾਫ਼ ਤਸਵੀਰ ਹੈ ਜਿਹੜਾ ਭੂਤਾਂ ਨਾਲ ਜਕੜਿਆ ਹੋਇਆ ਸੀ। ਇਸ ਲਈ ਮਰੀਅਮ ਨੂੰ ਇੱਕ ਜਨਾਹਕਾਰਤ ਔਰਤ ਸਮਝਣ ਦੀ ਬਜਾਏ, ਜੇ ਅਸੀਂ ਉਸ ਬਾਰੇ ਇਹ ਸੋਚੀਏ ਕਿ ਉਹ ਇੱਕ ਅਵਿਵੇਕੀ ਔਰਤ ਸੀ ਜਿਹੜੀ ਪਾਗਲਾਂ ਵਰਗਾ ਵਿਹਾਰ ਕਰਦੀ ਸੀ, ਜਿਸ ਦੀਆਂ ਜੰਗਲੀ ਅੱਖਾਂ ਸਨ, ਖਿੱਲਰੇ ਵਾਲ, ਪਿੰਡ ਦੀ ਹੱਦੋਂ ਬਾਹਰ ਕਬਰਾਂ ਵਿੱਚ ਰਹਿਣ ਵਾਲੀ ਔਰਤ, ਤਾਂ ਅਸੀਂ ਜ਼ਿਆਦਾ ਸਹੀ ਹੋਵਾਂਗੇ। ਮਰੀਅਮ ਦੀ ਸਮੱਸਿਆ ਇੱਕ ਨੈਤਿਕ ਸਮੱਸਿਆ ਨਹੀਂ ਸੀ, ਮਰੀਅਮ ਦੀ ਸਮੱਸਿਆ ਇੱਕ ਮਾਨਸਿਕ ਸਮੱਸਿਆ ਸੀ। ਉਹ ਪਾਗਲਪੁਣੇ ਵਿੱਚ ਰਹਿ ਰਹੀ ਸੀ ਅਤੇ ਫਿਰ ਇੱਕ ਦਿਨ ਉਸ ਦੇ ਰਾਹ ਵਿੱਚੋਂ ਯਿਸੂ ਗੁਜ਼ਰਿਆ। ਨੰਬਰ 2, ਮਰੀਅਮ ਦੀ ਮੁਕਤੀ ਜਦੋਂ ਉਸ ਦੀ ਮੁਲਾਕਾਤ ਯਿਸੂ ਨਾਲ ਹੋਈ। ਅਸੀਂ ਯਿਸੂ ਨਾਲ ਉਸ ਦੇ ਮਿਲਣ ਤੋਂ ਪਹਿਲਾਂ ਉਸ ਦੀ ਹਾਲਤ ਵੇਖ ਚੁੱਕੇ ਹਾਂ। ਹੁਣ ਅਸੀਂ ਉਸ ਦੀ ਮੁਕਤੀ ਬਾਰੇ ਵੇਖਾਂਗੇ ਜਦੋਂ ਉਸ ਦੀ ਮੁਲਾਕਾਤ ਯਿਸੂ ਨਾਲ ਹੋਈ, ਕਿਉਂਕਿ ਜਿਸ ਪਲ ਯਿਸੂ ਦੀਆਂ ਰਹਿਮ ਵਾਲੀਆਂ ਅੱਖਾਂ ਨੇ ਉਹਨਾਂ ਜੰਗਲੀ ਅੱਖਾਂ ਅਤੇ ਮਗਦਲਾਂ ਦੀ ਖੁਸ਼ਾਮਦ ਔਰਤ ਨੂੰ ਵੇਖਿਆ, ਉਸ ਨੇ ਸਤਾਉਣ ਵਾਲੇ ਭੂਤਾਂ ਨੂੰ ਉਸ ਔਰਤ ਵਿੱਚੋਂ ਬਾਹਰ ਨਿਕਲਣ ਦਾ ਹੁਕਮ ਦਿੱਤਾ ਅਤੇ ਉਸੇ ਵੇਲੇ ਉਹ ਆਜ਼ਾਦ ਹੋ ਗਈ। ਉਸ ਦਿਨ ਮਰੀਅਮ ਮਗਦਲੀਨੀ ਬਾਰੇ ਸਭ ਕੁਝ ਬਦਲ ਗਿਆ। ਉਹ ਚੰਗੀ ਹੋ ਗਈ ਅਤੇ ਆਪਣੀ ਪਹਿਲੀ ਹਾਲਤ ਵਿੱਚ ਆ ਗਈ ਅਤੇ ਸਹੀ ਹੋ ਕੇ ਵਾਪਸ ਆਪਣੇ ਘਰ ਅਤੇ ਪਰਿਵਾਰ ਵਿੱਚ ਪਰਤ ਗਈ। ਮਰੀਅਮ ਯਿਸੂ ਨੂੰ ਮਿਲਣ ਤੋਂ ਪਹਿਲਾਂ ਭਾਵੇਂ ਜਿਵੇਂ ਦੀ ਵੀ ਸੀ, ਉਸ ਦਿਨ ਉਸ ਨਾਲ ਜੋ ਹੋਇਆ ਉਸ ਨੇ ਉਹਦੀ ਜ਼ਿੰਦਗੀ ਵਿੱਚ ਸਭ ਕੁਝ ਬਦਲ ਦਿੱਤਾ। ਉਸ ਦੀ ਮੌਤ ਜ਼ਿੰਦਗੀ ਵਿੱਚ ਬਦਲ ਗਈ, ਜਿਵੇਂ ਕਿ ਅਸੀਂ ਇਫਸੀਆਂ ਦੀ ਪੱਤਰੀ ਉਸ ਦੇ 2 ਅਧਿਆਇ ਵਿੱਚ ਪੜ੍ਹਦੇ ਹਾਂ। ਉਸ ਦਾ ਹਨੇਰਾ ਚਾਨਣ ਵਿੱਚ ਬਦਲ ਗਿਆ, ਜਿਵੇਂ ਕਿ ਅਸੀਂ ਇਫਸੀਆਂ ਦੀ ਪੱਤਰੀ ਉਸ ਦੇ 5 ਅਧਿਆਇ ਵਿੱਚ ਪੜ੍ਹਦੇ ਹਾਂ। ਨੰਬਰ 3, ਯਿਸੂ ਨੂੰ ਮਿਲਣ ਤੋਂ ਬਾਅਦ ਮਰੀਅਮ ਦੀ ਸੇਵਾ। ਇਹ ਸੀ ਯਿਸੂ ਨੂੰ ਮਿਲਣ ਤੋਂ ਪਹਿਲਾਂ ਮਰੀਅਮ ਦੀ ਹਾਲਤ ਅਤੇ ਉਸ ਦੀ ਮੁਕਤੀ ਜਦੋਂ ਉਹ ਯਿਸੂ ਨੂੰ ਮਿਲੀ। ਹੁਣ ਅਸੀਂ ਯਿਸੂ ਨੂੰ ਮਿਲਣ ਤੋਂ ਬਾਅਦ ਮਰੀਅਮ ਦੀ ਸੇਵਾ ਵੱਲ ਆਉਂਦੇ ਹਾਂ। ਜਿਵੇਂ ਕਿ ਮੈਂ ਜ਼ਿਕਰ ਕੀਤਾ ਹੈ, ਲੂਕਾ ਦੀ ਅੰਜੀਲ 8 ਅਧਿਆਇ ਵਿੱਚ ਉਹ ਉਹਨਾਂ ਔਰਤਾਂ ਵਿੱਚੋਂ ਜਿਹੜੀਆਂ ਆਪਣੇ ਮਾਂ ਨਾਲ ਮਸੀਹ ਦੀ ਟਹਿਲ ਸੇਵਾ ਕਰਦੀਆਂ ਸਨ, ਉਹਨਾਂ ਦਾ ਮਕਸਦ ਸਾਫ਼ ਤੌਰ ਤੇ ਧੰਨਵਾਦ ਦੇਣਾ ਸੀ। ਉਸ ਨੇ ਉਹਨਾਂ ਨੇ ਛੁਟਕਾਰਾ ਦਿੱਤਾ ਸੀ ਅਤੇ ਉਹ ਯਿਸੂ ਦੀਆਂ ਸ਼ੁਕਰਗੁਜ਼ਾਰ ਸਨ। ਲੂਕਾ ਨੇ ਇਸ ਔਰਤ ਬਾਰੇ ਸਿਰਫ ਇੰਨਾ ਹੀ ਕਿਹਾ ਅਤੇ ਇਸ ਔਰਤ ਬਾਰੇ ਸਾਨੂੰ ਯਿਸੂ ਦੇ ਜੀ ਉੱਠਣ ਦੀ ਸਵੇਰ ਤੱਕ ਹੋਰ ਕੁਝ ਪਤਾ ਨਹੀਂ ਲੱਗਦਾ। ਸਿਰਫ ਲੂਕਾ ਹੀ ਹੈ ਜੋ ਸਾਨੂੰ ਯਿਸੂ ਨਾਲ ਮਰੀਅਮ ਦੀ ਇਸ ਪਹਿਲੀ ਮੁਲਾਕਾਤ ਬਾਰੇ ਦੱਸਦਾ ਹੈ ਅਤੇ ਫਿਰ ਬਾਕੀ ਅੰਜੀਲਾਂ ਦੇ ਲੇਖਕ ਹਨ ਜੋ ਉਸ ਦੇ ਬਾਰੇ ਹੋਰ ਵੇਰਵਾ ਦਿੰਦੇ ਹਨ ਜਦੋਂ ਅਸੀਂ ਈਸਟਰ ਦੀ ਸਵੇਰ ਵਿੱਚ ਪੁੱਜਦੇ ਹਾਂ। ਨੰਬਰ 4, ਮਰੀਅਮ ਦੀ ਕੁਰਬਾਨੀ ਜਦੋਂ ਉਸ ਨੇ ਯਿਸੂ ਨੂੰ ਯਾਦ ਕੀਤਾ। ਸੋ ਅਸੀਂ ਯਿਸੂ ਨੂੰ ਮਿਲਣ ਤੋਂ ਪਹਿਲਾਂ ਉਸ ਦੀ ਹਾਲਤ ਅਤੇ ਜਦੋਂ ਉਹ ਯਿਸੂ ਨੂੰ ਮਿਲੀ ਤਾਂ ਉਸ ਦੀ ਮੁਕਤੀ ਅਤੇ ਯਿਸੂ ਨੂੰ ਮਿਲਣ ਤੋਂ ਬਾਅਦ ਉਸ ਦੀ ਟਹਿਲ ਸੇਵਾ ਤੇ ਨਜ਼ਰ ਮਾਰੀ ਹੈ।
ਅਤੇ ਹੁਣ ਚੌਥੀ ਗੱਲ ਉਸ ਦੀ ਕੁਰਬਾਨੀ, ਜਦੋਂ ਉਹ ਯਿਸੂ ਨੂੰ ਯਾਦ ਕਰਦੀ ਹੈ। ਇੱਥੇ ਮਰੀਅਮ ਮਗਦਲੀਨੀ ਦੀ ਕਹਾਣੀ ਦਾ ਅਦਭੁਤ ਨਿਚੋੜ ਹੈ। ਭਾਗ ਊੜਾ। ਉਹ ਯਿਸੂ ਨੂੰ ਸਲੀਬ ਦਿੱਤੇ ਜਾਣ ਸਮੇਂ ਉਸ ਦੇ ਨਾਲ ਸੀ। ਸਭ ਤੋਂ ਪਹਿਲਾਂ ਉਹ ਯਿਸੂ ਨੂੰ ਸਲੀਬ ਦਿੱਤੇ ਜਾਣ ਸਮੇਂ ਉਸ ਦੇ ਨਾਲ ਸੀ। ਉਹ ਯਿਸੂ ਨੂੰ ਸਲੀਬ ਚੜਾਉਣ ਸਮੇਂ ਉਸ ਦੇ ਨਾਲ ਸੀ। ਉਹ ਉਸ ਪ੍ਰਤੀ ਵਫਾਦਾਰ ਸੀ। ਅਤੇ ਜਦੋਂ ਯਿਸੂ ਦੇ ਬਾਕੀ ਚੇਲੇ ਯਿਸੂ ਨੂੰ ਛੱਡ ਕੇ ਭੱਜ ਗਏ, ਮਰੀਅਮ ਮਗਦਲੀਨੀ ਨਹੀਂ ਭੱਜੀ। ਜਦੋਂ ਮੱਤੀ ਯਿਸੂ ਨੂੰ ਸਲੀਬ ਦਿੱਤੇ ਜਾਣ ਬਾਰੇ ਲਿਖਦਾ ਹੈ ਤਾਂ ਉਹ ਇਹ ਸ਼ਬਦ ਲਿਖਦਾ ਹੈ। ਮੱਤੀ 27 ਦੇ ਆਏ 55 ਤੇ 56 ਵਚਨ। ਉੱਥੇ ਸਲੀਬ ਤੇ ਬਹੁਤ ਤੀਵੀਆਂ ਦੂਰੋਂ ਵੇਖ ਰਹੀਆਂ ਸਨ, ਜਿਹੜੀਆਂ ਯਿਸੂ ਦੇ ਨਾਲ ਗਲੀਲ ਤੋਂ ਉਹਦੀ ਟਹਿਲ ਸੇਵਾ ਕਰਦੀਆਂ ਆਈਆਂ ਸਨ। ਉਹਨਾਂ ਵਿੱਚੋਂ ਮਰੀਅਮ ਮਗਦਲੀਨੀ ਅਤੇ ਯਕੂਬ ਔਰ ਜੋਸੇਸ ਦੀ ਮਾਤਾ ਮਰੀਅਮ ਅਤੇ ਜਬਦੀ ਦੇ ਪੁੱਤਰਾਂ ਦੀ ਮਾਤਾ ਸੀ। ਮਰੀਅਮ ਪਿਲਾਤੂਸ ਦੇ ਹਾਲ ਵਿੱਚ ਮੌਜੂਦ ਸੀ ਅਤੇ ਉਸ ਨੇ ਧਾਰਮਿਕ ਆਗੂਆਂ ਨੂੰ ਯਿਸੂ ਦੇ ਲਹੂ ਲਈ, ਜੋ ਉਸ ਦੇ ਹਿਰਦੇ ਲਈ ਕੀਮਤੀ ਸੀ, ਰੌਲਾ ਰੱਪਾ ਪਾਉਂਦੇ ਵੇਖਿਆ ਅਤੇ ਸੁਣਿਆ ਸੀ। ਉਸ ਨੇ ਪਿਲਾਤੂਸ ਨੂੰ ਯਿਸੂ ਨੂੰ ਸਲੀਬ ਦੀ ਸਜ਼ਾ ਸੁਣਾਉਂਦੇ ਸੁਣਿਆ ਸੀ, ਹਾਲਾਂਕਿ ਪਿਲਾਤੂਸ ਨੇ ਯਿਸੂ ਵਿੱਚ ਕੋਈ ਦੋਸ਼ ਨਹੀਂ ਵੇਖਿਆ ਸੀ। ਉਹ ਇਹਨਾਂ ਗੱਲਾਂ ਦੀ ਗਵਾਹ ਸੀ ਅਤੇ ਜਦੋਂ ਉਸ ਨੇ ਭੀੜ ਨੂੰ, ਜੋ ਯਿਸੂ ਦੇ ਖੂਨ ਦੀ ਪਿਆਸੀ ਸੀ, ਯਿਸੂ ਤੇ ਥੁੱਕਦੇ ਅਤੇ ਉਸ ਦੇ ਨਾਲ ਬੁਰਾ ਵਰਤਾਓ ਕਰਦੇ ਵੇਖਿਆ, ਉਹ ਰੋ ਪਈ। ਉਸ ਨੇ ਉਸ ਨੂੰ ਕਲਵਰੀ ਵੱਲ ਲਿਜਾਂਦੇ ਅਤੇ ਉਸ ਦੇ ਹੱਥਾਂ ਵਿੱਚ ਕਿੱਲ ਠੋਕਦੇ ਅਤੇ ਉਸ ਨੂੰ ਸਲੀਬ ਤੇ ਟੰਗਿਆ ਵੇਖਦੇ। ਕੀ ਤੁਸੀਂ ਕਦੀ ਆਪਣੇ ਆਪ ਨੂੰ ਯਿਸੂ ਦੀ ਮਾਂ ਦੇ ਦਿਲ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਮਰੀਅਮ ਮਗਦਲੀਨੀ ਦੇ ਦਿਲ ਵਿੱਚ? ਉਹ ਖਲੋ ਕੇ ਰੋ ਰਹੀਆਂ ਸਨ ਅਤੇ ਦੁਨੀਆ ਵਿੱਚ ਹੋਰ ਕੋਈ ਵੀ ਔਰਤ ਅੱਜ ਤੱਕ ਇਸ ਤਰ੍ਹਾਂ ਨਹੀਂ ਰੋਈ ਹੈ। ਅਤੇ ਫਿਰ ਯਿਸੂ ਨੇ ਆਪਣੀ ਮਾਂ ਨੂੰ ਆਪਣੇ ਸਭ ਤੋਂ ਪਿਆਰੇ ਚੇਲੇ ਨੂੰ ਸੌਂਪ ਕੇ ਉੱਥੋਂ ਭੇਜ ਦਿੱਤਾ ਅਤੇ ਮਰੀਅਮ ਮਗਦਲੀਨੀ ਉੱਥੇ ਇਕੱਲੀ ਖੜੀ ਰਹੀ। ਉਹ ਉੱਥੇ ਨਹੀਂ ਗਈ ਅਤੇ ਮੇਰੇ ਅੰਦਾਜ਼ੇ ਨਾਲ ਨਾ ਹੀ ਉਹ ਉੱਥੋਂ ਜਾਣਾ ਚਾਹੁੰਦੀ ਹੋਵੇਗੀ। ਜੇ ਉਸ ਨੂੰ ਭੇਜਿਆ ਵੀ ਜਾਂਦਾ, ਉਹ ਸਲੀਬ ਦੇ ਚਰਨਾਂ ਵਿੱਚ ਖਲੋਤੀ ਰਹੀ ਜਦਕਿ ਬਾਕੀ ਸਭ ਚਲੇ ਗਏ ਸਨ। ਉਹ ਯਿਸੂ ਦੇ ਸਲੀਬ ਦਿੱਤੇ ਜਾਣ ਸਮੇਂ ਉਸ ਦੇ ਨਾਲ ਸੀ। ਉਹ ਸਲੀਬ ਦਿੱਤੇ ਚਰਨਾਂ ਦੇ ਨੇੜੇ ਖੜੀ ਰਹੀ। ਸਾਰੇ ਚੇਲੇ ਯਿਸੂ ਨੂੰ ਛੱਡ ਕੇ ਭੱਜ ਗਏ ਸਨ, ਪਰ ਮਰੀਅਮ, ਜਿਸ ਵਿੱਚੋਂ 7 ਭੂਤ ਕੱਢੇ ਸਨ, ਮਰ ਰਹੇ ਮੁਕਤੀਦਾਤਾ ਕੋਲ ਇਕੱਲੀ ਖੜੀ ਹੈ। ਲੁਬਰੇ ਵਿੱਚ ਤਸਵੀਰਾਂ ਦੀ ਇੱਕ ਮਸ਼ਹੂਰ ਗੈਲਰੀ ਵਿੱਚ ਵੀਰਾਨੀ, ਨਿਰਾਸ਼ਾ ਅਤੇ ਪਿਆਰ ਦੀ ਇੱਕ ਤਸਵੀਰ ਟੰਗੀ ਹੋਈ ਹੈ। ਕਲਾਕਾਰਾਂ ਨੇ ਯਿਸੂ ਦੀ ਸਲੀਬ ਦਿੱਤੇ ਜਾਣ ਦੀ ਤਸਵੀਰ ਬਣਾਈ ਹੋਈ ਹੈ। ਦੁਨੀਆ ਇੱਕ ਛਾਂ ਵਿੱਚ ਵਲੇਟੀ ਹੋਈ ਹੈ। ਤਾਰੇ ਬਿਲਕੁਲ ਸ਼ਾਂਤ ਹੋਏ ਹਨ ਅਤੇ ਫਿਰ ਵੀ ਇਸ ਤਸਵੀਰ ਦੇ ਹਨੇਰੇ ਵਿੱਚ ਕਿਸੇ ਨੇ ਗੋਡੇ ਟੇਕੇ ਹੋਏ ਹਨ। ਇਹ ਮਰੀਅਮ ਮਗਦਲੀਨੀ ਹੈ, ਜਿਸ ਨੇ ਮਸੀਹ ਦੇ ਲਹੂ ਬਹਿ ਰਹੇ ਪੈਰਾਂ ਵਿੱਚ ਆਪਣੇ ਹੱਥ ਜੋੜੇ ਹੋਏ ਹਨ। ਹਾਂ, ਮਰੀਅਮ ਮਗਦਲੀਨੀ ਉੱਥੇ ਸੀ ਜਦੋਂ ਉਹਨਾਂ ਨੇ ਯਿਸੂ ਨੂੰ ਸਲੀਬ ਤੇ ਚੜਾਇਆ। ਭਾਗ ਐੜਾ। ਉਹ ਯਿਸੂ ਦੇ ਦਫਨਾਉਣ ਸਮੇਂ ਉਸ ਦੇ ਨਾਲ ਸੀ। ਉਹ ਯਿਸੂ ਨੂੰ ਸਲੀਬ ਦਿੱਤੇ ਜਾਣ ਸਮੇਂ ਉਸ ਦੇ ਨਾਲ ਸੀ, ਪਰ ਉਹ ਉਸ ਦੇ ਦਫਨਾਉਣ ਸਮੇਂ ਵੀ ਉਸ ਦੇ ਨਾਲ ਸੀ। ਕੀ ਤੁਸੀਂ ਇਸ ਨੂੰ ਸਮਝ ਸਕਦੇ ਹੋ? ਇੱਕ ਤਸਵੀਰ ਵਿੱਚ ਰੂਬੈਸ ਨੇ ਮਰੀਅਮ ਮਗਦਲੀਨੀ ਨੂੰ ਨਿਕੋਦੀਮਸ ਅਤੇ ਅਰਮਥਾਇਆ ਦੇ ਯੂਸਫ ਨੇ ਜਦੋਂ ਸਲੀਬ ਉੱਤੋਂ ਯਿਸੂ ਦੀ ਲੋਥ ਨੂੰ ਉਤਾਰਿਆ ਅਤੇ ਦਫਨਾਉਣ ਲਈ ਤਿਆਰ ਕੀਤਾ ਤਾਂ ਉਹਨਾਂ ਦੀ ਮਦਦ ਕਰਦੇ ਵਿਖਾਇਆ ਹੈ। ਅਸੀਂ ਨਹੀਂ ਜਾਣਦੇ ਇਸ ਤਰ੍ਹਾਂ ਹੋਇਆ ਹੈ ਕਿਉਂਕਿ ਪਵਿੱਤਰ ਸ਼ਾਸਤਰ ਇਸ ਬਾਰੇ ਨਹੀਂ ਦੱਸਦਾ ਅਤੇ ਇਹ ਸਿਰਫ ਇੱਕ ਤਸਵੀਰ ਵਿੱਚ ਹੈ। ਪਰ ਅਸੀਂ ਇਹ ਗੱਲ ਜ਼ਰੂਰ ਜਾਣਦੇ ਹਾਂ ਕਿ ਜਦੋਂ ਇਹ ਦੋਵੇਂ ਮਨੁੱਖ ਯਿਸੂ ਨੂੰ ਚੁੱਕ ਕੇ ਉਸ ਥਾਂ ਤੇ ਲੈ ਕੇ ਜਾ ਰਹੇ ਸਨ ਜਿੱਥੇ ਉਸ ਨੇ ਦਫਨਾਇਆ ਜਾਣਾ ਸੀ, ਤਾਂ ਮਰੀਅਮ ਮਗਦਲੀਨੀ ਉਹਨਾਂ ਦੇ ਪਿੱਛੇ ਪਿੱਛੇ ਗਈ। ਇੱਥੇ ਮਰਕਸ ਇਸ ਕਹਾਣੀ ਬਾਰੇ ਇਸ ਤਰ੍ਹਾਂ ਦੱਸਦਾ ਹੈ। ਤਾਂ ਇਉਂ ਅਰਮਥਾਇਆ ਦੇ ਯੂਸਫ ਨੇ ਮਹੀਨ ਕੱਪੜਾ ਮੁੱਲ ਲਿਆ ਔਰ ਲੋਥ ਨੂੰ ਉਤਾਰ ਕੇ ਉਸ ਕੱਪੜੇ ਵਿੱਚ ਵਲੇਟਿਆ ਅਤੇ ਉਹਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਹੋਈ ਸੀ, ਅਤੇ ਉਸ ਕਬਰ ਦੇ ਮੂੰਹ ਉੱਤੇ ਇੱਕ ਪੱਥਰ ਰੇੜ ਦਿੱਤਾ ਅਤੇ ਮਰੀਅਮ ਮਗਦਲੀਨੀ ਔਰ ਜੋਸੇਸ ਦੀ ਮਾਤਾ ਮਰੀਅਮ ਉਸ ਥਾਂ ਨੂੰ ਜਿੱਥੇ ਉਹ ਰੱਖਿਆ ਗਿਆ ਸੀ ਵੇਖ ਰਹੀਆਂ ਸਨ। ਮਰਕਸ 15 ਅਧਿਆਇ 46 ਤੇ 47 ਵਚਨ। ਪਿਆਰੇ ਦਰਸ਼ਕੋ, ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਦੋਸਤੋ, ਅੱਜ ਅਸੀਂ ਮਰੀਅਮ ਮਗਦਲੀਨੀ ਦੇ ਜੀਵਨ ਬਾਰੇ ਵੇਖ ਰਹੇ ਸੀ। ਅਸੀਂ ਯਿਸੂ ਜੀ ਨੂੰ ਮਿਲਣ ਤੋਂ ਪਹਿਲਾਂ ਉਸ ਦੀ ਹਾਲਤ ਨੂੰ ਵੇਖ ਰਹੇ ਸੀ
ਅਸੀਂ ਜਾਣਿਆ ਕਿ ਮਰੀਅਮ ਮਗਦਲੀਨੀ ਬਦਰੂਹਾਂ ਦੀ ਜਕੜੀ ਹੋਈ ਇਸਤਰੀ ਸੀ ਅਤੇ ਸਮਾਜ ਦੇ ਵਿੱਚ ਵੀ ਉਹਨੂੰ ਕੋਈ ਚੰਗਾ ਨਹੀਂ ਸਮਝਦਾ ਸੀ, ਕਿਉਂਕਿ ਉਹ ਜਿਨਾਕਾਰੀ ਦੇ ਵਿੱਚ ਫਸੀ ਹੋਈ ਸੀ। ਪਰ ਜਦੋਂ ਪ੍ਰਭੂ ਯਿਸੂ ਜੀ ਦੇ ਨਾਲ ਉਸ ਦੀ ਮੁਲਾਕਾਤ ਹੋਈ ਤਾਂ ਯਿਸੂ ਜੀ ਨੇ ਉਸ ਦਾ ਬਦਰੂਹਾਂ ਤੋਂ ਛੁਟਕਾਰਾ ਕੀਤਾ ਅਤੇ ਉਸ ਦਾ ਜੀਵਨ ਬਦਲ ਗਿਆ। ਨਵੇਂ ਨੇਮ ਦੇ ਵਿੱਚ ਬਹੁਤ ਸਾਰੀ ਮਰੀਅਮਾਂ ਦਾ ਜ਼ਿਕਰ ਹੈ ਔਰ ਇਸ ਮਰੀਅਮ ਦਾ ਜ਼ਿਕਰ ਬਹੁਤ ਮਹੱਤਵਪੂਰਨ ਹੈ। ਬਾਈਬਲ ਬਾਣੀ ਦੇ ਵਿੱਚ ਮਰੀਅਮ ਮਗਦਲੀਨੀ ਦਾ ਜ਼ਿਕਰ ਕਈ ਵਾਰ ਆਉਂਦਾ ਹੈ। ਅਸੀਂ ਜਾਣਿਆ ਕਿ ਉਸ ਸਮੇਂ ਮਰੀਅਮ ਨਾਮ ਬਹੁਤ ਮਸ਼ਹੂਰ ਸੀ। ਬਾਈਬਲ ਦੇ ਵਿੱਚ ਵੀ ਬਹੁਤ ਸਾਰੀਆਂ ਮਰੀਅਮਾਂ ਪਾਈ ਜਾਂਦੀਆਂ ਹਨ। ਇਹ ਉਹ ਮਰੀਅਮ ਸੀ ਜੋ ਮਗਦਲੂਨੀ ਕਹਿਲਾਂਦੀ ਹੈ। ਇਹ ਉਹ ਮਰੀਅਮ ਸੀ ਜਿਨੇ ਪ੍ਰਭੂ ਯਿਸੂ ਜੀ ਦੇ ਪੈਰਾਂ ਤੇ ਅਤਰ ਡੋਲਿਆ ਸੀ ਅਤੇ ਆਪਣੇ ਹੰਝੂਆਂ ਦੇ ਨਾਲ ਉਸ ਦੇ ਪੈਰ ਧੋਤੇ ਸੀ। ਅਸੀਂ ਜਾਣਿਆ ਕਿ ਜਦੋਂ ਮਰੀਅਮ ਮਗਦਲੀਨੀ ਦੀ ਪ੍ਰਭੂ ਯਿਸੂ ਜੀ ਦੇ ਨਾਲ ਮੁਲਾਕਾਤ ਹੋਈ, ਪ੍ਰਭੂ ਯਿਸੂ ਜੀ ਨੇ ਉਸ ਦਾ ਛੁਟਕਾਰਾ ਕੀਤਾ। ਉਸ ਤੋਂ ਬਾਅਦ ਉਸ ਦਾ ਜੀਵਨ ਬਦਲ ਗਿਆ। ਉਹ ਪ੍ਰਭੂ ਯਿਸੂ ਜੀ ਦੇ ਟੀਮ ਦੇ ਵਿੱਚ ਸ਼ਾਮਿਲ ਹੋ ਕੇ ਉਹਨਾਂ ਦੀ ਸੇਵਾ ਕਰਨ ਲੱਗ ਗਈ। ਅਸੀਂ ਮਰੀਅਮ ਮਗਦਲੀਨੀ ਦੀ ਨਿਰਬਲਤਾ ਬਾਰੇ ਜਾਣਿਆ। ਇਸ ਤੋਂ ਬਾਅਦ ਅਸੀਂ ਮਰੀਅਮ ਦੀ ਸੇਵਾ ਦੇ ਬਾਰੇ ਵੀ ਸਿੱਖਿਆ। ਉਹ ਉਹਨਾਂ ਇਸਤਰੀਆਂ ਦੇ ਵਿੱਚ ਸ਼ਾਮਿਲ ਸੀ ਜੋ ਬਦਰੂਹਾਂ ਨਾਲ ਜਕੜੀਆਂ ਹੋਈਆਂ ਸੀ ਅਤੇ ਪ੍ਰਭੂ ਯਿਸੂ ਜੀ ਦੁਆਰਾ ਛੁਡਾਈਆਂ ਗਈਆਂ ਸੀ। ਉਹ ਪ੍ਰਭੂ ਯਿਸੂ ਜੀ ਦੀ ਅਹਿਸਾਨਮੰਦ ਸੀ ਅਤੇ ਉਹ ਪ੍ਰਭੂ ਯਿਸੂ ਜੀ ਸੇਵਾ ਕਰਦੀ ਸੀ। ਇਸ ਤੋਂ ਬਾਅਦ ਅਸੀਂ ਮਰੀਅਮ ਮਗਦਲੂਨੀ ਦੀ ਕੁਰਬਾਨੀ, ਜਦੋਂ ਉਹਨੇ ਯਿਸੂ ਜੀ ਨੂੰ ਯਾਦ ਕੀਤਾ, ਦੇ ਬਾਰੇ ਜਾਣਿਆ। ਉਹ ਯਿਸੂ ਜੀ ਦੀ ਸਲੀਬ ਦੇ ਨੇੜੇ ਉਸ ਸਮੇਂ ਵੀ ਖੜੀ ਰਹੀ ਜਦੋਂ ਉਹਨਾਂ ਦੇ ਚੇਲੇ ਵੀ ਉਹਨਾਂ ਨੂੰ ਛੱਡ ਕੇ ਚਲੇ ਗਏ ਸੀ। ਅਸੀਂ ਜਾਣਿਆ ਕਿ ਉਹ ਯਿਸੂ ਜੀ ਦੇ ਦਫਨਾਨ ਦੇ ਵੇਲੇ ਉਹਨਾਂ ਦੇ ਨਾਲ ਸੀ। ਅਸੀਂ ਜਾਣਿਆ ਕਿ ਮਰੀਅਮ ਮਗਦਲੀਨੀ ਯਿਸੂ ਦੀ ਸਲੀਬ ਦੀ ਮੌਤ ਦੀ ਹਰ ਇੱਕ ਘਟਨਾ ਦੀ ਗਵਾਹ ਸੀ। ਦੋਸਤੋ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਸ ਦੇ ਬਾਕੀ ਦੇ ਹਿੱਸੇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਜਾਰੀ ਰੱਖਾਂਗੇ। ਹੁਣ ਸਾਨੂੰ ਇਜਾਜ਼ਤ ਦਿਓ, ਕਿਉਂਕਿ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਮੇਂ ਹੋ ਗਿਆ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ, ਪ੍ਰਭੂ ਯਿਸੂ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ, ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਤੁਸੀਂ ਮਹਾਨ ਹੋ ਔਰ ਤੁਸੀਂ ਪਿਤਾ ਪਰਮੇਸ਼ਰ ਜਦ ਕਿਸੇ ਦਾ ਛੁਟਕਾਰਾ ਕਰਦੇ ਹੋ ਤਾਂ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕਰਦੇ। ਪ੍ਰਭੂ ਜੀ, ਤੁਸੀਂ ਮਰੀਅਮ ਮਗਦਲੀਨੀ ਤੇ ਦਇਆ ਕੀਤੀ ਜੋ 7 ਬਦਰੂਹਾਂ ਨਾਲ ਜਕੜੀ ਹੋਈ ਸੀ ਔਰ ਜਿਨਾਕਾਰੀ 'ਚ ਫਸੀ ਹੋਈ ਸੀ। ਲੇਕਿਨ ਜਦ ਪਿਤਾ ਪਰਮੇਸ਼ਰ ਤੁਸੀਂ ਉਹਨਾਂ ਦਾ ਛੁਟਕਾਰਾ ਕੀਤਾ, ਉਹਨਾਂ ਦੇ ਜੀਵਨ ਪੂਰੀ ਤਰ੍ਹਾਂ ਤੋਂ ਬਦਲ ਗਏ। ਉਹ ਸੰਸਾਰਿਕ ਦੁਨੀਆ ਦੇ ਵਿੱਚ ਨਹੀਂ ਗਏ, ਬਲਕਿ ਤੁਹਾਡੀ ਟੀਮ ਦਾ ਹਿੱਸਾ ਬਣ ਕੇ ਤੁਹਾਡੇ ਨਾਲ ਸੇਵਾ ਕਰਨ ਲੱਗ ਗਏ। ਪਿਤਾ ਪਰਮੇਸ਼ਰ, ਮਰੀਅਮ ਮਗਦਲੀਨੀ ਨੇ ਵੀ ਤੁਹਾਡੀ ਸੇਵਾ ਕੀਤੀ ਔਰ ਅਖੀਰ ਤੱਕ ਤੁਹਾਡੇ ਨਾਲ ਜੁੜੀ ਰਹੀ। ਉਹ ਪ੍ਰਭੂ ਜੀ ਤੁਹਾਡੀ ਮੌਤ ਤੱਕ, ਸਲੀਬੀ ਮੌਤ ਤੱਕ ਪ੍ਰਭੂ ਜੀ ਤੁਹਾਡੇ ਨਾਲ ਰਹੀ ਔਰ ਤੁਹਾਡੇ ਜਿੰਦਾ ਹੋਣ ਤੇ ਵੀ ਤੁਹਾਡੇ ਨਾਲ ਰਹੀ। ਪ੍ਰਭੂ ਜੀ, ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਮਰੀਅਮ ਮਗਦਲੀਨੀ ਦੀ ਕਹਾਣੀ ਸਾਨੂੰ ਬਹੁਤ ਸਾਰੀ ਸਿੱਖਿਆਵਾਂ ਦੇ ਕੇ ਗਈ ਆ। ਇਸ ਕਹਾਣੀ ਤੋਂ ਅਸੀਂ ਸਿੱਖਿਆ ਕਿ ਪ੍ਰਭੂ ਜੀ ਸਾਨੂੰ ਕਿਸ ਤਰ੍ਹਾਂ ਆਪਣੇ ਛੁਟਕਾਰੇ ਦੇ ਲਈ ਤੁਹਾਡਾ ਅਹਿਸਾਨਮੰਦ ਰਹਿਣ ਦੀ ਜ਼ਰੂਰਤ ਹੈ। ਅਸੀਂ ਸਿੱਖਿਆ ਕਿ ਅਸੀਂ ਕਿਸ ਤਰ੍ਹਾਂ ਤੁਹਾਡੀ ਸੇਵਾ ਕਰ ਸਕਦੇ ਹਾਂ। ਅਸੀਂ ਸਿੱਖਿਆ ਕਿ ਅਸੀਂ ਤੁਹਾਨੂੰ ਕਿਸ ਤਰ੍ਹਾਂ ਪ੍ਰੇਮ ਕਰ ਸਕਦੇ ਹਾਂ। ਧੰਨਵਾਦ ਦਿੰਦੇ ਪਿਤਾ ਪਰਮੇਸ਼ਰ ਇਸ ਅੱਛੇ ਵਚਨ ਵਾਸਤੇ। ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।